ਅੱਜ ਆਪਾਂ ਆਪਣੀ ਪੋਇਮ ਹੈ ਜਿਹੜੀ ਓਪਨ ਦਾਈ ਆਈਜ਼ ਐਂਡ ਸੀ ਦਾਈ ਗੋਡ ਉਹ ਪੜ੍ਹਾਂਗੇ। ਇਹ ਕਵਿਤਾ ਰਵਿੰਦਰ ਨਾਥ ਟੈਗੋਰ ਜੀ ਦੀ ਲਿਖੀ ਹੋਈ ਹੈ। ਹੁਣ ਰਵਿੰਦਰ ਨਾਥ ਟੈਗੋਰ ਜੀ ਕੌਣ ਸੀਗੇ ਇਹ ਤਾਂ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ। ਆਪਾਂ ਸਵੇਰੇ ਪ੍ਰੇਅਰ 'ਚ ਜਨ ਗਣ ਮਨ ਨਹੀਂ ਕਰਦੇ ਹੁੰਦੇ ਜਿਹੜੀ, ਉਹ ਵੀ ਰਵਿੰਦਰ ਨਾਥ ਟੈਗੋਰ ਨੇ ਹੀ ਲਿਖੀ ਹੋਈ ਹੈ। ਬੜੀ ਇੱਕ ਮਹਾਨ ਸ਼ਖਸੀਅਤ ਸੀਗੇ ਉਹ, ਅਤੇ ਉਹਨਾਂ ਨੂੰ 1913 'ਚ ਅੰਗਰੇਜ਼ੀ ਸਾਹਿਤ ਲਈ ਨੋਬਲ ਪੁਰਸਕਾਰ ਵੀ ਮਿਲਿਆ ਸੀ। ਨੋਬਲ ਪੁਰਸਕਾਰ ਕੀ ਹੁੰਦਾ? ਇਹ ਅਲੱਗ-ਅਲੱਗ ਵਿਸ਼ਿਆਂ 'ਚ ਅਲੱਗ-ਅਲੱਗ ਖੇਤਰਾਂ 'ਚ ਜਿਹੜੇ ਕੋਈ ਬਹੁਤ ਉੱਚਾ ਵਡਮੁੱਲਾ ਯੋਗਦਾਨ ਪਾਉਂਦੇ ਨੇ ਉਹਨਾਂ ਨੂੰ ਦਿੱਤਾ ਜਾਂਦਾ। ਪੂਰੀ ਦੁਨੀਆ 'ਚੋਂ ਲੋਕ ਚੁਣੇ ਜਾਂਦੇ ਨੇ ਅਲੱਗ-ਅਲੱਗ ਖੇਤਰਾਂ 'ਚ। ਜਿਵੇਂ ਹੁਣ ਇਹਨਾਂ ਨੂੰ ਅੰਗਰੇਜ਼ੀ ਸਾਹਿਤ ਦਾ ਮਿਲਿਆ, ਕਿਸੇ ਨੂੰ ਮੈਥ ਦਾ ਮਿਲ ਜਾਂਦਾ, ਕੋਈ ਫਿਜ਼ਿਕਸ ਕੈਮਿਸਟਰੀ ਹੋ ਗਿਆ, ਜਾਂ ਹੋਰ ਅਲੱਗ-ਅਲੱਗ ਕਿੰਨੇ ਹੀ ਖੇਤਰ ਹੋ ਗਏ ਜਿਨ੍ਹਾਂ 'ਚ ਨੋਬਲ ਪੁਰਸਕਾਰ ਦਿੱਤਾ ਜਾਂਦਾ। ਅੱਜ ਆਪਾਂ ਇਹਨਾਂ ਨੇ ਜਿਹੜੀ ਇਹ ਕਵਿਤਾ ਲਿਖੀ ਹੈ ਇਹ ਪੜ੍ਹਾਂਗੇ ਅਤੇ ਨਾਲ ਇਹਦੀ ਵਿਆਖਿਆ ਵੀ ਕਰਾਂਗੇ ਅਤੇ ਇਹਨੂੰ ਸਮਝਾਂਗੇ। ਪਹਿਲਾਂ ਆਪਾਂ ਇਹਦੇ ਟਾਈਟਲ ਦਾ ਮਤਲਬ ਜਾਣਦੇ ਹਾਂ। ਓਪਨ ਦਾਈ ਆਈਜ਼, ਦਾਈ ਦਾ ਮਤਲਬ ਹੁੰਦਾ ਯੂਅਰ। ਇਹ ਦਾਈ ਜਿਹੜਾ ਸ਼ਬਦ ਹੈ ਇਹ ਪੁਰਾਣੀ ਅੰਗਰੇਜ਼ੀ, ਕਲਾਸੀਕਲ ਅੰਗਰੇਜ਼ੀ ਦਾ ਪੁਰਾਣੀ ਦਾ ਸ਼ਬਦ ਹੈ। ਹੁਣ ਇਹ ਵਰਤੋਂ ਵਿੱਚ ਨਹੀਂ ਹੈ, ਪਰ ਇਹ ਪਹਿਲਾਂ ਵਰਤਿਆ ਜਾਂਦਾ ਸੀ। ਅਤੇ ਇਹਦਾ ਮਤਲਬ ਯੂਅਰ ਹੁੰਦਾ। ਐਂਡ ਸੀ ਯੂਅਰ ਗੋਡ, ਉਹ ਕਹਿੰਦੇ ਨੇ ਆਪਣੀਆਂ ਅੱਖਾਂ ਖੋਲ੍ਹੋ ਅਤੇ ਆਪਣੇ ਪਰਮਾਤਮਾ ਨੂੰ ਦੇਖੋ। ਹੁਣ ਅੱਖਾਂ ਤੋਂ ਭਾਵ ਇੱਥੇ ਇਹ ਨਹੀਂ ਹੈਗਾ ਵੀ ਜਿਹੜੀਆਂ ਆਪਣੀਆਂ ਆਹ ਅੱਖਾਂ ਨੇ ਇਹ ਖੋਲ੍ਹੋ। ਇਹਦਾ ਭਾਵ ਅਰਥ ਥੋੜ੍ਹਾ ਜਿਹਾ ਡੂੰਘਾ ਹੈ। ਅੱਖਾਂ ਨਹੀਂ, ਉਹ ਇੱਥੇ ਦਿਮਾਗ ਦੀ ਗੱਲ ਕਰ ਰਹੇ ਨੇ, ਆਪਣੇ ਮਾਈਂਡ ਦੀ ਗੱਲ ਕਰ ਰਹੇ ਨੇ ਕਿ ਆਪਣਾ ਦਿਮਾਗ ਥੋੜ੍ਹਾ ਜਿਹਾ ਖੋਲ੍ਹੋ ਅਤੇ ਆਪਣੇ ਪਰਮਾਤਮਾ ਨੂੰ ਦੇਖੋ। ਥੱਲੇ ਦੇਖੋ ਕੀ ਲਿਖਿਆ। ਦ ਪੋਇਟ ਸੇਜ਼ ਦਾ ਗੋਡ ਡਜ਼ ਨਾਟ ਲਿਵ ਇਨ ਟੈਂਪਲਸ। ਕਵੀ ਕਹਿੰਦਾ ਕਿ ਪਰਮਾਤਮਾ ਮੰਦਰਾਂ 'ਚ ਨਹੀਂ ਰਹਿੰਦਾ। ਵੇਅਰ ਇਜ਼ ਹੀ ਟੂ ਬੀ ਫਾਊਂਡ ਦੈਨ, ਫਾਊਂਡ ਮਤਲਬ ਲੱਭਣਾ। ਕਹਿੰਦੇ ਫਿਰ ਪਰਮਾਤਮਾ ਨੂੰ ਕਿੱਥੇ ਲੱਭਿਆ ਜਾਵੇ? ਇਹ ਇੱਕ ਪ੍ਰਸ਼ਨ ਪੁੱਛਿਆ ਹੋਇਆ। ਅੱਗੇ ਆਪਾਂ ਕਵਿਤਾ ਪੜ੍ਹਾਂਗੇ, ਹੋ ਸਕਦਾ ਆਪਾਂ ਨੂੰ ਉਹਦੇ 'ਚ ਇਹਦਾ ਜਵਾਬ ਵੀ ਮਿਲ ਜੇ। ਸ਼ੁਰੂ ਕਰਦੇ ਹਾਂ। ਪਹਿਲਾ ਪੈਰਾ। ਲੀਵ ਦਿਸ ਚਾਂਟਿੰਗ ਐਂਡ ਸਿੰਗਿੰਗ ਐਂਡ ਟੈਲਿੰਗ ਆਫ ਬੀਡਸ। ਚੈਂਟਿੰਗ ਦਾ ਮਤਲਬ ਹੁੰਦਾ ਜਾਪ ਕਰਨਾ। ਜਦੋਂ 4-5 ਜਾਣੇ ਰਲ ਕੇ ਇੱਕ ਹੀ ਚੀਜ਼ ਨੂੰ ਬੋਲਦੇ ਨੇ ਵਾਰੀ-ਵਾਰੀ, ਉਹਨੂੰ ਅਸੀਂ ਚਾਂਟਿੰਗ ਕਹਿ ਦਿੰਦੇ ਹਾਂ। ਸਿੰਗਿੰਗ ਦਾ ਮਤਲਬ ਤੁਹਾਨੂੰ ਪਤਾ ਹੀ ਆ, ਗਾਉਣਾ। ਅਤੇ ਟੈਲਿੰਗ ਆਫ ਬੀਡਸ, ਬੀਡਸ ਹੁੰਦੀ ਆ ਮਾਲਾ। ਟੈਲਿੰਗ ਆਫ ਬੀਡਸ ਮਤਲਬ ਹੋਇਆ ਮਾਲਾ ਫੇਰਨੀ। ਕਵੀ ਕਹਿੰਦਾ ਕਿ ਇਹ ਜਾਪ ਕਰਨਾ ਛੱਡੋ, ਇਹ ਭਜਨ ਗਾਉਣੇ ਬੰਦ ਕਰੋ ਅਤੇ ਮਾਲਾ ਫੇਰਨੀ ਵੀ ਬੰਦ ਕਰੋ। ਹੂਮ ਦਸ ਦੋ ਵਰਸ਼ਿਪ ਇਨ ਦਿਸ ਲੋਨਲੀ ਡਾਰਕ ਕਾਰਨਰ ਆਫ ਆ ਟੈਂਪਲ ਵਿਦ ਡੋਰਸ ਆਲ ਸ਼ਟ। ਜਿਹੜਾ ਇਹ ਦਸਤ DOST ਸ਼ਬਦ ਲਿਖਿਆ ਇਹ ਵੀ ਪੁਰਾਣੀ ਅੰਗਰੇਜ਼ੀ ਦਾ ਸ਼ਬਦ ਆ। ਇਹਦਾ ਮਤਲਬ ਹੁੰਦਾ ਡੂ। ਦੋ ਮਤਲਬ ਯੂ, ਵਰਸ਼ਿਪ ਮਤਲਬ ਪੂਜਾ ਕਰਨੀ, ਡਾਰਕ ਮਤਲਬ ਹਨੇਰਾ, ਲੋਨਲੀ ਮਤਲਬ ਇਕਾਂਤ ਜਾਂ ਸੁੰਨਸਰਾਂ ਵਾਲੀ ਥਾਂ, ਕਾਰਨਰ ਮਤਲਬ ਖੂੰਜਾ। ਹੁਣ ਕਵੀ ਕਹਿੰਦਾ ਕਿ ਤੁਸੀਂ ਮੰਦਰ 'ਚ ਸਾਰੇ ਦਰਵਾਜ਼ੇ ਬੰਦ ਕਰਕੇ ਇੱਕ ਖੂੰਜੇ 'ਚ ਹਨੇਰੇ 'ਚ ਬੈਠ ਕੇ ਕਿਹਦੀ ਪੂਜਾ ਕਰ ਰਹੇ ਹੋ? ਓਪਨ ਦਾਈਨ ਆਈਜ਼, ਦਾਈਨ ਮਤਲਬ ਹੁੰਦਾ ਯੂਅਰ। ਓਪਨ ਯੂਅਰ ਆਈਜ਼ ਐਂਡ ਸੀ ਥਾਈ ਗੋਡ, ਯੂਅਰ ਗੋਡ ਇਜ਼ ਨਾਟ ਬਿਫੋਰ ਦੀ। ਦੀ ਮਤਲਬ ਯੂ। ਕਵੀ ਕਹਿੰਦਾ ਆਪਣੀਆਂ ਅੱਖਾਂ ਖੋਲ੍ਹੋ ਅਤੇ ਦੇਖੋ ਜਿਹੜਾ ਤੁਹਾਡਾ ਪਰਮਾਤਮਾ ਉਹ ਤੁਹਾਡੇ ਸਾਹਮਣੇ ਨਹੀਂ ਹੈਗਾ। ਇਹ ਲਾਈਨਾਂ ਦਾ ਭਾਵ ਹੈ ਕਿ ਤੁਸੀਂ ਇੱਥੇ ਜਿੱਥੇ ਬੰਦ ਮੰਦਰ 'ਚ ਬੈਠ ਕੇ ਜਿਹੜੇ ਤੁਸੀਂ ਆਪਣੇ ਪਰਮਾਤਮਾ ਨੂੰ ਲੱਭ ਰਹੇ ਹੋ ਉਹ ਇੱਥੇ ਨਹੀਂ ਹੈਗਾ। ਅਗਲਾ ਪਹਿਰਾ ਆ ਗਿਆ ਆਪਣੇ ਕੋਲੇ। ਹੀ ਇਜ਼ ਦੇਅਰ ਵੇਅਰ ਦਾ ਟਿਲਰ ਇਜ਼ ਟਿਲਿੰਗ ਦਾ ਹਾਰਡ ਗਰਾਊਂਡ। ਟਿਲਰ ਮਤਲਬ ਹੁੰਦਾ ਕਿਸਾਨ। ਟਿਲਿੰਗ ਦਾ ਮਤਲਬ ਹੁੰਦਾ ਵਾਹੁਣਾ, ਵਾਹ ਰਿਹਾ ਹੈਗਾ। ਹਾਰਡ ਗਰਾਊਂਡ ਮਤਲਬ ਸਖਤ ਜ਼ਮੀਨ ਨੂੰ। ਹੁਣ ਕਵੀ ਕਹਿੰਦਾ ਪਰਮਾਤਮਾ ਉੱਥੇ ਹੈ ਜਿੱਥੇ ਇੱਕ ਕਿਸਾਨ, ਇੱਕ ਮਿਹਨਤੀ ਕਿਸਾਨ ਆ ਜਿਹੜਾ ਆਪਣੀ ਜ਼ਮੀਨ ਨੂੰ ਵਾਹ ਰਿਹਾ ਹੈ, ਆਪਣਾ ਹਲ ਚਲਾ ਰਿਹਾ ਹੈ ਉਤੇ। ਐਂਡ ਵੇਅਰ ਦਾ ਪਾਥ ਮੇਕਰ ਇਜ਼ ਬ੍ਰੇਕਿੰਗ ਸਟੋਨਸ। ਪਾਥ ਮੇਕਰ ਹੁੰਦਾ ਸੜਕ ਬਣਾਉਣ ਵਾਲੇ ਜਿਹੜੇ ਮਜ਼ਦੂਰ ਹੁੰਦੇ ਨੇ, ਅਤੇ ਉਹ ਪੱਥਰਾਂ ਨੂੰ ਭੰਨ ਕੇ ਰਾਹ ਬਣਾ ਰਹੇ ਨੇ, ਸੜਕ ਬਣਾ ਰਹੇ ਨੇ।
कवि कहता ते परमात्मा उत्थे भी है जिथे ये मेहनती मजदूर पत्थर भन भन के राह बना रहे ने, सड़क बना रहे ने। ही इज़ विद दैम इन सन एंड इन शावर। सन का मतलब हुंदा गर्मी च, धुप च, शावर का मतलब हुंदा मीह च। कवि कहता कि परमात्मा उन्हां दे नाल ही है, चाहे धुप होवे चाहे मीह पै रहा होवे। एंड हिज गारमेंट इज़ कवर्ड विद डस्ट। गारमेंट मतलब हुंदा कपड़े, डस्ट हुंदा धूड़ मिट्टी, मिट्टी घट्टा। ते जिहड़ा वो परमात्मा जिहड़ा वो रब है, उहदे जिहड़े कपड़े ने वो धूड़ मिट्टी नाल लिबड़े हुए ने। पुट ऑफ दाई होली मैंटल। दाई मतलब फिर यूअर, पुट ऑफ यूअर होली मैंटल। मैंटल मतलब चोला। एंड इवन लाइक हिम कम डाउन ऑन द डस्टी सॉयल। ते कवि कहता तुसी अपना यह धार्मिक चोला, अपने ये धार्मिक वस्त्र ला के मिट्टी दे विच आ जाओ। डिलीवरेंस, वेयर इज दिस डिलीवरेंस टू बी फाउंड। डिलीवरेंस मतलब हुंदा मुक्ति। कवि कहता तुसी ये मुक्ति कित्थों लभ रहे हो। आर मास्टर हिमसैल्फ हैज़ जॉयफुली टेकन अपॉन हिम द बॉन्ड्स ऑफ क्रिएशन। मास्टर मतलब अपना रब या जिन्हें आपां नूं बनाया है। कवि कहता जिसने आपां नूं बनाया, जिहड़ा अपना परमात्मा है, वो तो आपां नूं बना के खुद अपने विच ही रह रहा है। तो फिर तुसीं किहड़ी मुक्ति की गल करदे हो। तुसीं गल करदे हो भी असीं मुक्त हो के परमात्मा नाल जुड़ांगे, जाके परमात्मा नूं मिलांगे। पर यह किहड़ी मुक्ति है जदों जिहड़े परमात्मा नूं तुसीं मिलना चाहुंदे हो वो तां तुहाडे विच ही है, वो तां लोकां दे विच ही फिरदा है, मेहनती मजदूरां ते कामिਆਂ दे विच ही रह रहा है। फिर तुसीं किहड़ी मुक्ति की गल कर रहे हो। ਅਤੇ ਉਹਨੇ ਤਾਂ खुशी खुशी ਜਿਹੜਾ ਇਹ ਇੱਕ ਪਿਆਰ ਦਾ ਬੰਧਨ ਆਪਣੇ ਲੋਕਾਂ ਨਾਲ ਉਹਨੂੰ ਸਵੀਕਾਰ ਕੀਤਾ ਹੋਇਆ ਹੈ, ਇਸ ਕਰਕੇ ਹੀ ਉਹ ਲੋਕਾਂ ਦੇ ਵਿੱਚ ਹੀ ਰਹਿ ਰਿਹਾ ਹੈ। ही इज़ बाउंड विद अस आल फॉर एवर। वो तो हमेशा हमेशा लई अपने नाल बन्निया होया, अपने नाल जुड़िया होया। लास्ट पैरा आ गया अपना, कम आउट ऑफ दाई मैडिटेशंस। दाई मतलब यूअर, कम आउट ऑफ यूअर मैडिटेशंस। मैडिटेशन मतलब भगती, जदों आप एक थां ते बह के समाधि ला के भगती करते हैं। कवि कहता तुसी इस अपनी समाधि चो अपनी भगती चो बाहर आ जाओ। एंड लीव असाइड दाई फ्लावर्स एंड इनसेंस। दाई मतलब फिर यूअर। कवि कहता कि जेड़े ये फुੱਲ ने, ये धूफ अगरबत्तियां, ये जड़ियाँ सारियां तुसी इत्थे जला रहे हो या फुੱਲ ने इत्थे भेंटा कर रहे हो, उन्हां सारियां चों बाहर आ जाओ। वट हार्म इज़ देयर इफ दाई क्लोथ बिकम टैटर्ड एंड स्टेन्ड। दाई फिर इत्थे यूअर, वट हार्म इज़ देयर इफ यूअर क्लोज, कि इहदे विच की नुकसान है जे तुहाडे कपड़े बिकम टैटर्ड एंड स्टेन्ड। टैटर्ड मतलब हुंदा पाट जाण, फट जाण। एंड स्टेन्ड, स्टेन्ड मतलब लिबड़ जाण, उन्हां ते दाग लग जाण, धब्बे लग जाण। कवि कहता इहदे च की नुकसान है जे तुहाडे कपड़े पाट जाण जां तुहाडे कपड़ियां ते धब्बे लग जाण, दाग लग जाण। मीट हिम एंड स्टैंड बाय हिम इन टॉयल। कवि कहता ਉਹਨੂੰ आ के मिलो, मंदिरां चों बाहर आ जाओ जे ਉਹਨੂੰ मिलना तो आके सख्त मेहनत करो। टॉयल मतलब हुंदा सख्त मेहनत करनी। एंड इन द स्वैट ऑफ यूअर ब्रो, ते जिहड़ा तुहाडे मत्थे ते तुहाडीआं अखां ते पसीना आया होऊगा ਉਹਦੇ राही ही तुसीं परमात्मा नूं मिल सकदे हो, परमात्मा नूं पा सकदे हो। भाव ਇਹਦੇ ਵਿੱਚ कवि किरत करनी, मेहनत करन की महानता नूं दसदा कि जिहड़ा परमात्मा वो भी साडे मेहनती लोकां च, मजदूरां च, किसानां च, इन्हां विच ही वसदा, इन्हां विच ही रहिंदा ते इन्हां दे नाल ही खड़ा हुंदा। ते जेकर तुसीं भी परमात्मा नूं मिलना जां परमात्मा नूं प्राप्त करना चाहुंदे हो तो मंदिरां चों बाहर आ जाओ, सख्त मेहनत करो। इन्हां लोकां वांगू तुसीं भी अपना पसीना वहाओ ते परमात्मा फिर तुहाडे नाल खड़ा होऊगा ते इस तरीके दे नाल ही तुसीं परमात्मा नूं मिल सकदे हो। ये सीगी अपनी सारी कविता।
ਜਿਹਦੇ ਵਿੱਚ ਸਾਨੂੰ ਰਵਿੰਦਰਨਾਥ ਟੈਗੋਰ ਜੀ ਨੇ ਬੜਾ ਹੀ ਡੂੰਘਾ ਸੰਦੇਸ਼ ਦਿੱਤਾ। ਹੁਣ ਅੱਗੇ ਆਪਾਂ ਇਹਦਾ ਸੈਂਟਰਲ ਆਈਡੀਆ ਕਰਾਂਗੇ। ਸੈਂਟਰਲ ਆਈਡੀਆ ਦਾ ਮਤਲਬ ਹੁੰਦਾ ਕੇਂਦਰੀ ਭਾਵ, ਵੀ ਜਿਹੜੀ ਕਵਿਤਾ ਉਹਦਾ ਕੇਂਦਰੀ ਭਾਵ ਕੀ ਹੈ, ਕਵਿਤਾ ਕੀ ਸੰਦੇਸ਼ ਦੇ ਰਹੀ ਹੈ, ਜਾਂ ਕਵਿਤਾ 'ਚ ਕਵੀ ਕੀ ਕਹਿਣਾ ਚਾਹੁੰਦਾ। ਦ ਪੋਇਟ ਸੇਜ਼ ਦੈਟ ਗੋਡ ਡਜ਼ ਨਾਟ ਲਿਵ ਇਨ ਟੈਂਪਲਸ। ਕਵੀ ਕਹਿੰਦਾ ਕਿ ਪਰਮਾਤਮਾ ਮੰਦਰਾਂ 'ਚ ਨਹੀਂ ਰਹਿੰਦਾ, ਭਾਵ ਪਰਮਾਤਮਾ ਧਾਰਮਿਕ ਸਥਾਨਾਂ 'ਚ ਨਹੀਂ ਰਹਿੰਦਾ। ਹੀ ਕਾਂਟ ਬੀ ਫਾਊਂਡ ਬਾਈ ਚਾਂਟਿੰਗ, ਇਹ ਵੀ ਆਪਾਂ ਕਰਿਆ ਸੀ, ਸਿੰਗਿੰਗ ਐਂਡ ਟੈਲਿੰਗ ਆਫ ਬੀਡਸ। ਉਹ ਜਾਪ ਕਰਕੇ, ਪੂਜਾ ਕਰਕੇ, ਜਾਂ ਉਹਦੇ ਗੁਣ ਗਾ ਕੇ, ਗਾਣੇ ਗਾ ਕੇ, ਜਾਂ ਮਾਲਾ ਫੇਰ ਕੇ ਨਹੀਂ ਪ੍ਰਾਪਤ ਹੁੰਦਾ। ਇਟ ਇਜ਼ ਨੋ ਯੂਜ਼ ਆਫ ਡੂਇੰਗ ਸੋ। ਇਹ ਜੇ ਤੁਸੀਂ ਕਰਕੇ ਪਰਮਾਤਮਾ ਨੂੰ ਪਾਉਣਾ ਚਾਹੁੰਦੇ ਹੋ ਤਾਂ ਉਹ ਸਭ ਵਿਅਰਥ ਹੈ, ਉਹਦਾ ਕੋਈ ਫਾਇਦਾ ਨਹੀਂ। ਹੀ ਸੇਜ਼ ਦੈਟ ਗੋਡ ਕੈਨ ਬੀ ਫਾਊਂਡ ਅਮੰਗ ਦੋਜ਼ ਪੀਪਲ। ਕਵੀ ਕਹਿੰਦਾ ਕਿ ਪਰਮਾਤਮਾ ਸਾਨੂੰ ਉੱਥੇ ਮਿਲ ਸਕਦਾ, ਪਰਮਾਤਮਾ ਨੂੰ ਅਸੀਂ ਉੱਥੇ ਲੱਭ ਸਕਦੇ ਹਾਂ, ਉਹਨਾਂ ਲੋਕਾਂ 'ਚ ਲੱਭ ਸਕਦੇ ਹਾਂ ਹੂ ਵਰਕ ਹਾਰਡ ਵਿਦ ਦੇਅਰ ਹੈਂਡਸ ਐਂਡ ਸਵੈਟ, ਜਿਹੜੇ ਸਖਤ ਮਿਹਨਤ ਕਰਦੇ ਆ ਆਪਣੇ ਹੱਥਾਂ ਦੇ ਨਾਲ ਅਤੇ ਪਸੀਨੋ ਪਸੀਨੀ ਹੋ ਜਾਂਦੇ ਆ ਅਤੇ ਆਪਣਾ ਪਸੀਨਾ ਕੱਢਦੇ ਆ ਸਖਤ ਮਿਹਨਤ ਕਰਕੇ। ਹੀ ਕੈਨ ਬੀ ਫਾਊਂਡ ਦੇਅਰ ਵੇਅਰ ਦਾ ਪਾਥ ਮੇਕਰਸ ਬ੍ਰੇਕ ਸਟੋਨਸ। ਪਰਮਾਤਮਾ ਉੱਥੇ ਵੀ ਸਾਨੂੰ ਮਿਲ ਸਕਦਾ ਜਿੱਥੇ ਰਾਹ ਬਣਾਉਣ ਵਾਲੇ, ਸੜਕ ਬਣਾਉਣ ਵਾਲੇ ਮਜ਼ਦੂਰ ਪੱਥਰ ਭੰਨ ਰਹੇ ਨੇ, ਪੱਥਰਾਂ ਨੂੰ ਕੁੱਟ-ਕੁੱਟ ਕੇ ਰਾਹ ਬਣਾ ਰਹੇ ਨੇ। ਹੀ ਲਿਵਸ ਇਨ ਦਾ ਫੀਲਡ ਆਫ ਫਾਰਮਰਸ ਵੇਅਰ ਦੇ ਵਰਕ ਹਾਰਡ। ਉਹ ਉਹਨਾਂ ਸਾਰੇ ਕਿਸਾਨਾਂ ਦੇ ਖੇਤਾਂ ਵਿੱਚ ਵੀ ਰਹਿੰਦਾ ਜਿੱਥੇ ਉਹ ਮਿਹਨਤ ਕਰਦੇ ਨੇ, ਆਪਣੀ ਜ਼ਮੀਨ ਨੂੰ ਵਾਹੁੰਦੇ ਨੇ ਅਤੇ ਫਸਲ ਉਗਾਉਂਦੇ ਨੇ। ਵੀ ਦੇਅਰਫੋਰ ਸ਼ੁੱਡ ਵਰਕ ਹਾਰਡ ਐਂਡ ਫੀਲ ਦਾ ਪ੍ਰੈਜ਼ੈਂਸ ਆਫ ਗੋਡ ਵਿਦਇਨ ਆਵਰਸੈਲਵਸ। ਕਵੀ ਕਹਿੰਦਾ ਕਿ ਇਸ ਲਈ ਸਾਨੂੰ ਵੀ ਸਖਤ ਮਿਹਨਤ ਕਰਨੀ ਚਾਹੀਦੀ ਹੈ। ਕੋਈ ਵੀ ਸਾਡਾ ਕੰਮ ਹੋਵੇ, ਜਿਹੜਾ ਵੀ ਸਾਡਾ ਕਿੱਤਾ, ਉਹਦੇ 'ਚ ਸਾਨੂੰ ਸਖਤ ਮਿਹਨਤ ਕਰਨੀ ਚਾਹੀਦੀ ਹੈ ਅਤੇ ਇਹ ਕਰਕੇ ਅਸੀਂ ਪਰਮਾਤਮਾ ਨੂੰ ਆਪਣੇ ਕੋਲੇ ਮਹਿਸੂਸ ਕਰ ਸਕਦੇ ਹਾਂ, ਫੀਲ ਕਰ ਸਕਦੇ ਹਾਂ ਵੀ ਜਿਹੜਾ ਪਰਮਾਤਮਾ ਉਹ ਸਾਡੇ ਕੋਲ ਹੀ ਹੈ, ਸਾਡੇ ਵਿੱਚ ਹੀ ਹੈ। ਇਹ ਸੀ ਆਪਣੀ ਕਵਿਤਾ ਦਾ ਕੇਂਦਰੀ ਭਾਵ। ਸਾਰੀ ਕਵਿਤਾ ਵੀ ਲੱਗਦਾ ਤੁਹਾਨੂੰ ਸਮਝ ਆ ਗਈ ਹੋਊਗੀ, ਕੇਂਦਰੀ ਭਾਵ ਵੀ ਤੁਹਾਨੂੰ ਵਧੀਆ ਚੰਗੀ ਤਰ੍ਹਾਂ ਪਤਾ ਲੱਗ ਗਿਆ ਹੋਊਗਾ। ਅੱਜ ਆਪਾਂ ਇਹ ਸਾਰੀ ਕਵਿਤਾ ਕਰ ਲਈ ਹੈ ਅਤੇ ਅਗਲੀ ਵੀਡੀਓ 'ਚ ਆਪਾਂ ਅਗਲਾ ਪਾਠ ਪੜ੍ਹਾਂਗੇ।